सतनाम वाहिगुरु साहिब जीओ। श्लोक निरंकार आकार आप, निर्गुण सरगुण एक। एक एक बखाननो नानक एक अनेक। पौड़ी ओं गुरमुख कियो अकारा, एक सूत परोवनहारा। भिन्न भिन्न त्रैगुण विस्तारं, निर्गुण ते सरगुण दृष्टारं। सगल भांत कर करे उपायो, जन्म मरण मन मोह बढ़ायो। दोहु भांत ते आप निरारा, नानक अंत ना पारावारा। दोहु भांत ते आप निरारा, नानक अंत ना पारावारा। साहिबे कमाल वालिए कुल आलम, चवर शतर तथा वक्त दे मालक। धन धन श्री गुरु ग्रंथ साहिब जी महाराज। तिन्हां दी पावन पवित्र हजूरी विच सुभाईमान गुरु प्यारे खालसा सतसंगी जनों वडभागे हां। अमृत वेले सत संगत दीआं घड़ियां दे विच सवासां नूं सफले करन दा सुभाग समां प्राप्त होया है। सो आओ चल रही लड़ीवार विचार पंचम पातशाह जी दे मुखार बिंद तो उचारण हुई गौड़ी राग दे विच 52 अखरी जिस दे विच आपां पहली पौड़ी दे नाल आए श्लोक अते रहाओ दे वंद दी विचार कर लई है। अज अगलेरी विचार आरंभ करन तो पहला गुरु बख्शी फतेह प्रवान करियो जी। कोई भी रसना वांझी ना रवे, हाजरी लवाओ। वाहिगुरु जी का खालसा, वाहिगुरु जी की फतेह। श्लोक निरंकार आकार आप, निर्गुण सरगुण एक। निरंकार अकाल पुरख परमात्मा जो कि आकार तो रहत है, किसी भी आकार दे विच नहीं है।
ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਊਚਾ ਅਗੰਮ ਅਪਾਰ, ਗੁਰ ਕੀ ਮਹਿਮਾ ਅਗੰਮ ਹੈ, ਕਿਆ ਕਥੈ ਕਥਨਹਾਰ। ਗੁਰੂ ਉਸ ਅਕਾਲ ਪੁਰਖ ਪਰਮਾਤਮਾ ਦਾ ਹੀ ਰੂਪ ਹੈ, ਜਿਹੜਾ ਸਭ ਤਾਕਤਾਂ ਦਾ, ਸ਼ਕਤੀਆਂ ਦਾ ਮਾਲਕ ਹੈ, ਜਿਸ ਦਾ ਕੋਈ ਵੀ ਆਕਾਰ ਨਹੀਂ ਹੈ। ਆਕਾਰ ਦਾ ਅਰਥ ਹੈ ਸਰੂਪ। ਸਾਰੀ ਦੁਨੀਆ, ਸ੍ਰਿਸ਼ਟੀ ਜਿੰਨੀ ਵੀ ਬਣੀ ਹੋਈ ਹੈ, ਇਹ ਆਕਾਰ ਦੇ ਵਿੱਚ ਹੈ, ਰੂਪ ਦੇ ਵਿੱਚ ਹੈ। ਪਰ ਜਿਹੜਾ ਪਰਮੇਸ਼ਰ ਹੈ ਉਹ ਆਕਾਰ ਤੋਂ ਰਹਿਤ ਹੈ, ਰੂਪ ਤੋਂ ਰਹਿਤ ਹੈ। ਇਸ ਕਰਕੇ ਉਸ ਨੂੰ ਨਿਰੰਕਾਰ ਕਿਹਾ ਗਿਆ ਹੈ। ਹੁਣ ਪਰਮਾਤਮਾ ਤੂੰ ਹੀ ਆਕਾਰ ਤੋਂ ਰਹਿਤ ਹੈ, ਨਿਰੰਕਾਰ। ਅਗਲਾ ਲਫ਼ਜ਼ ਕਹਿ ਦਿੱਤਾ ਨਾਲ ਹੀ, ਆਕਾਰ ਆਪ, ਆਪ ਹੀ ਤੂੰ ਆਕਾਰ ਹੈ। ਫਿਰ ਇਹਨਾਂ ਦੇ ਨਾਲ ਹੀ ਅਗਲੇ ਜਿਹੜੇ ਲਫ਼ਜ਼ ਵਰਤੇ ਹਨ, ਨਿਰਗੁਣ, ਸਰਗੁਣ, ਏਕ। ਉਹ ਅਕਾਲ ਪੁਰਖ ਪਰਮਾਤਮਾ ਹੀ ਆਪ ਹੀ ਨਿਰਗੁਣ ਹੈ ਤੇ ਆਪ ਹੀ ਸਰਗੁਣ ਹੈ। ਨਿਰਗੁਣ ਦਾ ਅਰਥ ਵੀ ਇਹੀ ਹੈ ਕਿ ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਅਦ੍ਰਿਸ਼ਟ ਹੈ, ਜੋ ਦਿਸਦਾ ਨਹੀਂ ਹੈ, ਆਕਾਰ ਤੋਂ ਰਹਿਤ ਹੈ। ਸਰਗੁਣ, ਜਿਸ ਦਾ ਪਸਾਰਾ ਸਾਰੇ ਕਿਤੇ ਵਸਿਆ ਹੋਇਆ ਹੈ, ਹਰ ਥਾਂ ਦੇ ਉੱਤੇ ਉਹ ਪਰਿਪੂਰਨ ਹੈ, ਹਰ ਥਾਂ ਦੇ ਉੱਪਰ ਉਹ ਪਰਮਾਤਮਾ ਵਸਿਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਉਹ ਆਪੇ ਆਪ ਹੀ ਦੋਵੇਂ ਸਰੂਪਾਂ ਦੇ ਵਿੱਚ ਸੁਭਾਇਮਾਨ ਹੈ। ਆਕਾਰ ਤੋਂ ਰਹਿਤ, ਜਿੱਥੇ ਦਿਸਦਾ ਨਹੀਂ ਹੈ, ਆਕਾਰ ਜਿੱਥੇ ਦਿਸਦਾ ਹੈ। ਦਿਸਦੇ ਦੇ ਵਿੱਚ ਇਹ ਸਾਰੀ ਸ੍ਰਿਸ਼ਟੀ ਆ ਗਈ, ਅਣਦਿਸਦੇ ਦੇ ਵਿੱਚ ਇਹ ਸ੍ਰਿਸ਼ਟੀ ਤੋਂ ਉੱਪਰਲਾ ਬੰਨਾ ਆ ਗਿਆ। ਇਸ ਸ੍ਰਿਸ਼ਟੀ ਤੱਕ ਅਸੀਂ ਵੇਖਦੇ ਹਾਂ। ਇਸ ਸ੍ਰਿਸ਼ਟੀ ਨੂੰ ਵੇਖਣ ਦਾ ਨਜ਼ਰੀਆ ਸਤਿਗੁਰੂ ਨੇ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਸੇ ਕਰਕੇ ਇਹ ਸਰਗੁਣ ਸਰੂਪ ਹੈ। ਇੱਕ ਤੇ ਹੈ ਕੁਦਰਤ ਕਰਕੇ ਵਸਿਆ ਸੋਏ, ਉਹ ਕੁਦਰਤ ਕਰਕੇ ਇੱਥੇ ਬਣਾ ਕੇ ਵਸਿਆ ਹੋਇਆ ਹੈ। ਆਪੀ ਨੇ ਆਪ ਸਾਜਿਓ ਨਿਰਗੁਣ, ਆਪੀ ਨੇ ਰਚਿਓ ਨਾਉ, ਦੋਏ ਕੁਦਰਤ ਸਾਜੀ ਹੈ। ਇਹ ਸਰਗੁਣ ਸਰੂਪ ਹੈ, ਜਿਹੜੀ ਕੁਦਰਤ ਸਾਜੀ ਹੈ। ਸਹਿ ਭੰਗ, ਉਹ ਆਪੇ ਆਪ ਹੈ। ਤੇ ਉਸ ਤੋਂ ਬਾਅਦ ਫਿਰ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮਹਿ ਚਾਨਣ ਹੋਏ, ਉਹ ਸਰਗੁਣ ਸਰੂਪ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਨੂੰ ਹੀ ਕਿਹਾ ਹੈ ਕਿ ਪ੍ਰਮਾਤਮਾ ਆਪ ਹੀ ਨਿਰਗੁਣ ਹੈ ਤੇ ਆਪ ਹੀ ਸਰਗੁਣ ਸਰੂਪ ਹੈ। ਭਾਵ ਕਿ ਉਹ ਪ੍ਰਮਾਤਮਾ ਆਪੇ ਆਪ ਹੀ ਹਰ ਸਮੇਂ ਦੇ ਵਿੱਚ, ਹਰ ਥਾਂ ਦੇ ਉੱਤੇ ਆਪ ਹੀ ਆਪੇ ਵਸਿਆ ਹੋਇਆ ਹੈ। ਉਹ ਪਰਮਾਤਮਾ ਆਪ ਹੀ ਨਿਰਗੁਣ ਕਰਤਾ, ਸਰਗੁਣ ਕਰਤਾ, ਗੁਰ ਪ੍ਰਸਾਦ ਨਾਨਕ ਸਮਦ੍ਰਿਸ਼ਟਤਾ। ਇੱਕ ਬਰਾਬਰ ਹੈ, ਸਮਦ੍ਰਿਸ਼ਟਤਾ ਬਰਾਬਰ ਸਮਾਨ।
ਕਹਿੰਦੇ ਪਰਮਾਤਮਾ ਨੂੰ ਸਭਨਾਂ ਦੇ ਵਿੱਚ ਵੇਖਣ ਦੀ ਇਹ ਜਿਹੜੀ ਸਮਝ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ। ਸਭਨਾਂ ਦੇ ਵਿੱਚ ਇੱਕ ਸਮਾਨ ਵੇਖਣ ਦੇ ਲਈ ਗੁਰ ਸਾਖੀ ਜੋਤ ਪ੍ਰਗਟ ਹੋਈ। ਗੁਰੂ ਦੀ ਸਿੱਖਿਆ ਦੇ ਨਾਲ ਇਹ ਜੋਤ ਸੋਝੀ ਅੰਦਰ ਪ੍ਰਗਟ ਹੁੰਦੀ ਹੈ, ਸਭਨਾਂ ਦੇ ਵਿੱਚ ਪਰਮੇਸ਼ਰ ਇੱਕ ਬਰਾਬਰ ਵੇਖਣ ਦੇ ਲਈ। ਇਹ ਤਦੋਂ ਹੁੰਦਾ ਹੈ ਜਦੋਂ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਜਦੋਂ ਸਤਿਗੁਰੂ ਦੀ ਪਾਵਨ ਸਤ ਸੰਗਤ ਦੇ ਵਿੱਚ ਆ ਕੇ ਅਸੀਂ ਮਿਲ ਬੈਠਦੇ ਹਾਂ, ਇਹ ਉਦੋਂ ਪਰਮੇਸ਼ਰ ਦਾ ਜਿਹੜਾ ਸਰਗੁਣ ਤੇ ਨਿਰਗੁਣ ਸਰੂਪ ਹੈ, ਉਦੋਂ ਭਲੀ ਭਾਂਤ ਮਨੁੱਖ ਦੇ ਹਿਰਦੇ ਨੂੰ ਸਮਝ ਪੈ ਜਾਂਦੀ ਹੈ। ਜਦੋਂ ਈਰਖਾ ਨਿੰਦਾ ਦਵੈਸ਼ ਮਿਟ ਜਾਂਦਾ ਹੈ, ਪਰਾਈ ਤਾਤ ਪਰਾਇਆ ਸਾੜਾ ਈਰਖਾ ਮਿਟ ਜਾਂਦੀ ਹੈ। ਸਰਗੁਣ ਨਿਰਗੁਣ ਸਰਗੁਣ ਕੈ ਅਲਖ ਅਵਿਗਤ ਗਤ, ਪੂਰਨ ਬ੍ਰਹਮ ਗੁਰ ਰੂਪ ਪ੍ਰਗਟਾਏ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹ ਆਪ ਹੀ ਪਰਮਾਤਮਾ ਨਿਰਗੁਣ ਨਿਰਾਕਾਰ ਸਰੂਪ ਨੂੰ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਵਰਣਨ ਨਹੀਂ ਕੀਤਾ ਜਾ ਸਕਦਾ, ਜਿਹੜਾ ਹੈ ਅਲਖ, ਜਿਹਨੂੰ ਲਖਿਆ ਨਹੀਂ ਜਾ ਸਕਦਾ, ਜਿਸ ਦੀ ਗਤੀ ਗਿਆਨ ਨੂੰ ਅਵਿਗਤ ਗਤ, ਉਸ ਨੂੰ ਪ੍ਰਗਟ ਸਰੂਪ ਦੇ ਵਿੱਚ, ਜਾਂ ਇਹ ਕਹਿ ਲਈਏ ਵੀ ਅਵਿਗਤ ਗਿਆਨ ਗਤੀ ਨਿਵਰਤ ਹੋ ਚੁੱਕਾ ਹੈ। ਪੂਰਨ ਬ੍ਰਹਮ ਰੂਪ ਗੁਰ ਰੂਪ ਪ੍ਰਗਟਾਏ ਹੈ। ਪੂਰਨ ਪਰਮੇਸ਼ਰ ਪਰਮਾਤਮਾ ਨੇ ਆਪ ਹੀ ਸਰਗੁਣ ਸਰੂਪ ਧਾਰਿਆ ਹੈ। ਕਾਹਦੇ ਰੂਪ ਵਿੱਚ? ਗੁਰੂ ਦੇ ਰੂਪ ਵਿੱਚ। ਪਰਮੇਸ਼ਰ ਤੇ ਗੁਰ, ਇਸੇ ਕਰਕੇ ਇਹਨਾਂ ਨੂੰ ਕਿਹਾ ਗੁਰ ਪਰਮੇਸ਼ਰ ਇੱਕੋ ਜਾਣ, ਇਹ ਇੱਕ ਸਮਾਨ ਹੈ। ਗੁਰੂ ਦਿਸਦਾ ਦਿੱਤਾ ਹੈ, ਪਰਮੇਸ਼ਰ ਅਣਦਿਸਦਾ ਹੈ। ਨਿਰਗੁਣ ਗੁਰੂ ਨੂੰ ਸਰਗੁਣ ਸਰੂਪ ਕਹਿ ਲਈਏ। ਪਰਮੇਸ਼ਰ ਦਾ ਜਿਹੜਾ ਦਰ ਹੈ ਉਹ ਨਿਰਗੁਣ ਹੈ, ਇਹ ਸ੍ਰਿਸ਼ਟੀ ਜਿਹੜੀ ਹੈ ਇਹ ਸਰਗੁਣ ਹੈ। ਕਹਿੰਦੇ ਸਰਗੁਣ ਸ੍ਰੀ ਗੁਰ ਦਰਸ਼ਕੈ, ਧਿਆਨ ਰੂਪ ਅਕੁਲ ਅਕਾਲ ਗੁਰ ਸਿੱਖਣ ਦਿਖਾਏ ਹੈ। ਕਹਿੰਦੇ ਉਸ ਸਰਗੁਣ ਸਰੂਪ ਭਾਵ ਕੇ ਦੇਹ ਧਾਰੀ ਗੁਰੂ ਸਤਿਗੁਰੂ ਪਾਤਸ਼ਾਹ ਜੀ ਨੂੰ ਦਰਸ਼ਕ ਹੈ, ਧਿਆਨ ਰੂਪ ਦਰਸ਼ਨ ਦੇ ਵਿੱਚ ਧਿਆਨ ਕੀਤਾ, ਜਦੋਂ ਧਿਆਨ ਲਾਇਆ ਜਾਂਦਾ ਹੈ ਉਦੋਂ ਅਕੁਲ ਅਕਾਲ ਗੁਰ ਸਿੱਖਣ ਦਿਖਾਏ ਹੈ। ਕਹਿੰਦੇ ਫਿਰ ਉਹਨਾਂ ਗੁਰ ਸਿੱਖਾਂ ਨੂੰ ਆਪਣਾ ਅਕਲ ਮਾਇਆ ਅਵਿਦਿਆ ਦੀਆਂ ਕਲਾਂ ਤੋਂ ਰਹਿਤ ਅਕਾਲ ਰੂਪ ਸਤ ਸਰੂਪ ਅਵਿਨਾਸੀ ਅਨੁਭਵ ਕਰਵਾ ਦਿੰਦਾ ਹੈ, ਵਿਖਾਇਆ ਜਾਂਦਾ ਹੈ। ਇਹ ਨਿਰਗੁਣ ਤੇ ਸਰਗੁਣ ਹੈ, ਪਰ ਹੈ ਇੱਕੋ ਹੀ। ਇੱਕੋ ਮਾਲਕ ਪਰਮਾਤਮਾ ਆਪ ਹੀ ਦੋਵੇਂ ਥਾਵਾਂ ਉੱਤੇ ਵਸੇਰਾ ਕਰਦਾ ਹੈ। ਇਸੇ ਕਰਕੇ ਬਾਣੀ ਵਿੱਚ ਲਫ਼ਜ਼ ਵਰਤੇ ਹਨ, ਦੋਵੇਂ ਥਾਮ ਰੱਖੇ ਗੁਰ ਸੂਰੇ, ਲੋਕ ਤੇ ਪਰਲੋਕ। ਦੋਵੇਂ ਥਾਮ ਗੁਰੂ ਸੂਰਮੇ ਨੇ ਰੱਖ ਲਏ ਹਨ। ਕਿਰਪਾ ਕਰਤੀ ਹੈ, ਮੈਨੂੰ ਦੋਵੇਂ ਥਾਵਾਂ ਦੇ ਉੱਤੇ ਸਤਿਗੁਰੂ ਨੇ ਬਚਾ ਲਿਆ। ਇਸ ਸੰਸਾਰ ਦੇ ਵਿੱਚ ਜੇ ਬਚਿਆ ਤੇ ਤਾਂ ਹੀ ਨਿਰੰਕਾਰ ਦੇ ਕੋਲ ਵੀ ਬਚਿਆ ਹਾਂ, ਨਹੀਂ ਤੇ ਵਾਰ-ਵਾਰ ਜਨਮ ਮਰਨ ਦੇ ਵਿੱਚ ਪੈਣਾ ਪੈਂਦਾ। ਏਕੈ ਏਕ ਬਖਾਨਣੋ ਨਾਨਕ ਏਕ ਅਨੇਕ। ਕਹਿੰਦੇ ਹੁਣ ਇੱਕੋ ਇੱਕ ਉਹ ਜਿਹੜਾ ਪਰਮਾਤਮਾ ਹੈ ਨਾ, ਬਖਾਨਣੋ, ਹੇ ਨਾਨਕ ਪਰਮਾਤਮਾ ਆਪਣੇ ਇੱਕ ਸਰੂਪ ਤੋਂ ਹੀ ਅਨੇਕਾਂ ਸਰੂਪ ਬਣਾ ਲੈਂਦਾ ਹੈ। ਏਕੈ ਏਕ ਬਖਾਨਣੋ ਨਾਨਕ ਏਕ ਅਨੇਕ, ਇੱਕ ਤੋਂ ਹੀ ਅਨੇਕਾਂ ਸਰੂਪ, ਆਪਣੇ ਆਪ ਤੋਂ ਹੀ ਇਹ ਸ੍ਰਿਸ਼ਟੀ ਦੇ ਅਨੇਕਾਂ ਸਰੂਪ ਤਿਆਰ ਕੀਤੇ ਹੋਏ ਹਨ। ਬਨਸਪਤੀ ਦੇ ਰੂਪ ਵਿੱਚ ਵੀ ਪਰਮਾਤਮਾ ਪਰਮੇਸ਼ਰ ਹੈ, ਜੀ ਜਨਤਾ ਦੇ ਰੂਪ ਵਿੱਚ ਵੀ, ਪੰਛੀਆਂ ਦੇ ਵਿੱਚ ਵੀ, ਪਸ਼ੂਆਂ ਦੇ ਵਿੱਚ ਵੀ, ਮਨੁੱਖਾਂ ਇਨਸਾਨਾਂ ਵਿੱਚ ਵੀ।
ਤੇ ਵੱਡਾ ਵਡੱਪਣ ਸਤਿਗੁਰੂ ਦਾ ਇਹ ਹੈ ਕਿ ਕੋਈ ਨਾ ਕਿਸ ਹੀ ਜਿਹਾ ਉਪਾਇਆ, ਇੱਕੋ ਜਿਹੇ ਕੋਈ ਪੈਦਾ ਹੀ ਨਹੀਂ ਕੀਤੇ, ਹਰੇਕ ਵੱਖੋ ਵੱਖਰੇ ਨੇ, ਕੋਈ ਇੱਕੋ ਜਿਹਾ ਨਹੀਂ ਹੈ। ਥੋੜ੍ਹਾ ਮੋਟਾ ਇਹ ਤੇ ਜ਼ਰੂਰ ਕਿਹਾ ਜਾ ਸਕਦਾ ਵੀ ਜਿਹੜੀ ਇਹ ਕਿਸੇ ਦੇ ਹਾਵ ਭਾਵ ਜਾਂ ਸ਼ਕਲ ਸੂਰਤ ਹੈ, ਬੱਚੇ ਦੇ ਜਨਮ ਦੇ ਉੱਤੇ ਕਹਿ ਦਿੰਦੇ ਨੇ ਵੀ ਇਹ ਮਾਂ 'ਤੇ ਹੈ ਜਾਂ ਪਿਓ 'ਤੇ ਹੈ ਜਾਂ ਨਾਨਕਿਆਂ 'ਤੇ ਜਾਂ ਦਾਦਕਿਆਂ 'ਤੇ ਹੈ, ਪਰ ਹੈ ਉਹ ਵੱਖਰਾ ਹੀ। ਉਸ ਪਰਮੇਸ਼ਰ ਨੇ ਇੱਕ ਤੋਂ ਹੀ ਅਨੇਕਾਂ ਦਾ ਪਸਾਰਾ ਕੀਤਾ ਹੈ, ਬਣਾਇਆ ਹੋਇਆ ਹੈ। ਬਸ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਇੱਕ ਪਰਮਾਤਮਾ ਆਪ ਹੀ ਆਪ ਹੈ, ਇੱਕ ਹੈ ਇੱਕ ਬਖਾਨਨੋ। ਇੱਕੋ ਇੱਕ ਪਰਮਾਤਮਾ ਆਪੇ ਆਪ ਦੇ ਵਿੱਚ ਸਮਾਇਆ ਹੋਇਆ ਹੈ, ਉਹੀ ਇੱਕੋ ਇੱਕ ਆਖਿਆ ਜਾ ਸਕਦਾ ਹੈ। ਅੱਗੇ ਪੌੜੀ, ਓਵਨ ਗੁਰਮੁਖ ਕੀਓ ਆਕਾਰਾ। ਪਰਮੇਸ਼ਰ ਆਪ ਹੀ ਆਕਾਰ ਦੇ ਵਿੱਚ ਹੈ, ਉਸ ਅਕਾਲ ਪੁਰਖ ਨੇ ਆਪ ਹੀ ਪਸਾਰਾ ਕੀਤਾ ਹੋਇਆ ਹੈ। ਓਵਨ ਦੇ ਦੁਆਰਾ ਵਾਹਿਗੁਰੂ ਨੇ ਆਪ ਹੀ ਸਾਰੇ ਕਿਤੇ ਆਪਣਾ ਜਿਹੜਾ ਪਸਾਰਾ ਬਣਾਇਆ ਹੋਇਆ ਹੈ, ਪੈਦਾ ਕੀਤਾ ਹੋਇਆ ਹੈ। ਉਸ ਪਰਮੇਸ਼ਰ ਦਾ ਹੀ ਸਾਰਾ ਰੂਪ ਜਿਹੜਾ ਹੈ ਉਹ ਇੱਥੇ ਸੁਭਾਏਮਾਨ ਹੈ, ਵਸਿਆ ਹੋਇਆ ਹੈ। ਇਹਨਾਂ ਜੀਆਂ ਜਨਤਾ ਨੂੰ ਪੈਦਾ ਕਰਨ ਤੋਂ ਬਾਅਦ ਇਹ ਜਿੰਨਾ ਵੀ ਆਕਾਰ ਹੈ, ਪਸਾਰਾ ਹੈ, ਇਹ ਸਾਰੇ ਦਾ ਸਾਰਾ ਉਸੇ ਪਰਮਾਤਮਾ ਦਾ ਹੀ ਬਣਾਇਆ ਹੋਇਆ ਹੈ। ਉਸ ਪਰਮੇਸ਼ਰ ਤੋਂ ਬਿਨਾਂ ਇਹ ਕਿਸੇ ਦਾ ਹੋਰ ਬਣਾਇਆ ਹੋਇਆ ਨਹੀਂ ਹੈ, ਕਿਉਂਕਿ ਆਕਾਰ ਤੋਂ ਜੇਕਰ ਰਹਿਤ ਹੈ ਉਹ ਪਰਮੇਸ਼ਰ ਹੈ, ਆਕਾਰ ਦੇ ਵਿੱਚ ਹੈ ਤੇ ਪਰਮਾਤਮਾ ਦੀ ਹੀ ਇਹ ਰਚਨਾ ਹੈ। ਆਪਾਂ ਪੜ੍ਹਦੇ ਹਾਂ ਨਾ ਸਤਿਗੁਰਾਂ ਦੇ ਬਚਨ, ਜਹਾਂ ਆਪ ਰਚਿਓ ਪਰਪੰਚ ਆਕਾਰ, ਤਿਹ ਗੁਣ ਮੈਂ ਕੀਨੋ ਵਿਸਥਾਰ। ਆਪ ਹੀ ਤਿੰਨੇ ਗੁਣਾਂ ਦੇ ਵਿੱਚ ਇੱਥੇ ਪਸਾਰਾ ਕੀਤਾ ਹੋਇਆ ਹੈ, ਵਿਸਥਾਰ ਕੀਤਾ ਹੋਇਆ ਹੈ। ਜਦੋਂ ਪਰਮਾਤਮਾ ਨੇ ਇਹ ਜਗਤ ਦੀ ਖੇਡ ਰਚੀ ਹੈ ਨਾ, ਪਰਪੰਚ ਦਾ ਅਰਥ ਹੈ ਖੇਡ, ਕੌਤਕ ਬਣਾਇਆ ਹੈ, ਤੇ ਇਸ ਸੰਸਾਰ ਦੇ ਵਿੱਚ ਹੀ ਸਤਿਗੁਰੂ ਨੇ ਜਿਹੜੀ ਆਪਣੀ ਕਲਾ ਵਰਤਾਈ ਹੈ ਉਹ ਹੈ ਮਾਇਆ ਦੇ 3 ਗੁਣ, ਰਜੋ ਸਤੋ ਤਮੋ। ਪਾਪ ਪੁੰਨ ਤਹ ਭਈ ਕਹਾਵਤ। ਹੁਣ ਤਦੋਂ ਹੀ ਇਹ ਗੱਲ ਚੱਲੀ ਕਿ ਇਹ ਪਾਪ ਤੇ ਇਹ ਪੁੰਨ ਹੈ, ਭਾਵ ਕਿ ਗਲਤ ਕੰਮ ਕੀਤਾ ਜਾਣਾ ਉਹਨੂੰ ਪਾਪ ਕਿਹਾ ਗਿਆ, ਸਹੀ ਕੀਤੇ ਜਾਣ ਵਾਲੇ ਨੂੰ ਪੁੰਨ ਕਿਹਾ ਗਿਆ। ਇੱਥੋਂ ਹੀ ਕਹਿੰਦੇ ਫਿਰ ਜਦੋਂ ਮਾਇਆ ਪੈਦਾ ਹੋਈ, ਮਾਇਆ ਤੋਂ ਬਾਅਦ ਹੀ ਇਹ ਪਾਪ ਤੇ ਪੁੰਨ ਪੈਦਾ ਹੋਇਆ। ਕੋ ਨਰਕ ਕੋ ਸਵਰਗ ਬਛਾਵਤ, ਚਾਹੁਣ ਵਾਲਾ। ਤਦੋਂ ਹੀ ਕੋਈ ਜੀਵ ਕਹਿੰਦੇ ਨਰਕਾਂ ਦਾ ਭਾਗੀ ਤੇ ਕੋਈ ਸਵਰਗਾਂ ਦਾ ਭਾਗੀ ਬਣਿਆ, ਚਾਹਵਾਨ ਬਣ ਗਿਆ। ਆਲ ਜਾਲ ਮਾਇਆ ਜੰਜਾਲ ਹੈ ਕੀ ਹੈ, ਕਹਿੰਦੇ ਇਹ ਸਾਰਾ ਕੁਛ ਕਹਿੰਦੇ ਮਾਇਆ ਦਾ ਪਸਾਰਾ ਹੈ। ਇਹ ਜਿੰਨਾ ਵੀ ਇਹ ਧੰਦੇ ਨੇ ਜਿਹੜੇ, ਇਹ ਮਾਇਆ ਦੇ ਹੀ ਬੰਧਨ ਹਨ। ਹਉਮੈ ਮੋਹ ਭਰਮ ਪੈ ਭਾਰ, ਹੰਕਾਰ ਸੰਸਾਰੀ ਮਮਤਾ ਸੰਦੇਹ ਅਤੇ ਡਰ, ਇਹ ਸਾਰਾ ਜਿਹੜਾ ਬੋਝ ਬਣਾ ਦਿੱਤਾ ਹੈ। ਦੁੱਖ ਸੁੱਖ ਮਾਣ ਅਪਮਾਨ, ਦੁੱਖ ਸੁੱਖ ਮਾਣ ਤੇ ਅਪਮਾਨ, ਆਦਰ ਤੇ ਨਿਰਾਦਰ, ਇਹ ਵੀ ਨਾਲ ਹੀ ਪੈਦਾ ਹੋ ਗਿਆ। ਅਨੇਕ ਪ੍ਰਕਾਰ ਕੀਓ ਬਖਿਆਣ। ਹੁਣ ਇਹੋ ਜਿਹੀਆਂ ਕਈ ਕਿਸਮਾਂ ਦੀਆਂ ਜਿਹੜੀਆਂ ਗੱਲਾਂ ਨੇ ਨਾ ਉਹ ਚੱਲ ਪਈਆਂ, ਬਣ ਗਈਆਂ, ਵਖਿਆਣ ਉਹਨਾਂ ਦਾ ਹੋਣਾ ਸ਼ੁਰੂ ਹੋ ਗਿਆ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ
ਨਾਨਕ ਇੱਕ ਹੈ। ਹੁਣ ਇਹ ਪ੍ਰਮਾਤਮਾ ਦਾ ਆਪਣਾ ਹੀ ਪਸਾਰਾ ਹੈ ਜਿਹੜਾ ਸਾਰਾ ਖਿਲਾਰਿਆ ਹੋਇਆ ਪਾਇਆ ਹੋਇਆ ਹੈ। ਜਦੋਂ ਇਸ ਖੇਡ ਨੂੰ ਸੰਕੋਚਿਆ ਜਾਂਦਾ ਹੈ, ਸਮੇਟਦਾ ਹੈ ਪ੍ਰਮਾਤਮਾ, ਤੇ ਫਿਰ ਉਦੋਂ ਕੀ ਹੈ? ਫਿਰ ਆਪੇ ਇੱਕ ਹੋ ਜਾਂਦਾ ਹੈ। ਇੱਕ ਹੀ ਹੈ। ਇਸ ਖੇਡ ਵਰਤਾਰੇ ਦੇ ਵਿੱਚ ਬਾਕੀ ਰਜੋ ਸਤੋ ਤਮੋ ਨਰਕ ਸੁਰਗ ਦੁੱਖ ਸੁੱਖ ਆਲ ਜੰਜਾਲ ਮਾਇਆ ਦਾ ਜਾਲ ਨਰਕ ਤੇ ਸਵਰਗ ਦੀ ਕਾਮਨਾ, ਇਹ ਆਪ ਹੀ ਉਸ ਮਾਇਆ ਦੇ ਵਿੱਚੋਂ ਪੈਦਾ ਹੋ ਗਈਆਂ ਗੱਲਾਂ। ਹੁਣ ਸਤਿਗੁਰੂ ਕਹਿੰਦੇ ਜਹਾਂ ਅਵਿਗਤ ਭਗਤ ਤਾਹੇ ਆਪ। ਅਵਿਗਤ ਦਾ ਅਰਥ ਹੈ ਅਦ੍ਰਿਸ਼ਟ, ਪ੍ਰਮਾਤਮਾ ਜਿਹੜਾ ਦਿਸਦਾ ਨਹੀਂ ਹੈ। ਕਹਿੰਦੇ ਜਿੱਥੇ ਕਿਤੇ ਵੀ ਅਵਿਨਾਸ਼ੀ ਪ੍ਰਮਾਤਮਾ ਸੱਤ ਹੈ, ਵਸਿਆ ਹੋਇਆ ਹੈ, ਉਹ ਆਪ ਹੀ ਭਗਤ ਹੈ, ਜਾਂ ਉਸ ਦਾ ਭਗਤ ਜਿਹੜਾ ਸੁਭਾਏਮਾਨ ਹੈ, ਭਗਤੀ ਦੇ ਵਿੱਚ ਲੱਗ ਕੇ ਬੈਠਾ ਹੋਇਆ ਹੈ। ਜਿੱਥੇ ਭਗਤ ਉੱਥੇ ਪ੍ਰਭੂ ਹੈ, ਕਿਉਂਕਿ ਭਗਤ ਨੇ ਕੀ ਕਰਨਾ? ਪਰਮੇਸ਼ਰ ਨੂੰ ਯਾਦ ਕਰਨਾ। ਤੇ ਉੱਥੇ ਹੀ ਸਤਿਗੁਰੂ ਕਹਿੰਦੇ ਜਿਹੜਾ ਪਰਮੇਸ਼ਰ ਹੈ ਭਾਈ, ਉਹ ਆਪ ਹੈ। ਜਾਂ ਪਸਰੈ ਪਸਾਰ ਸੰਤ ਪ੍ਰਤਾਪ, ਹਰ ਥਾਂ ਦੇ ਉੱਤੇ ਜਿਹੜੀ ਮਹਿਮਾ ਹੈ, ਪ੍ਰਤਾਪ ਹੈ, ਉਹਦੇ ਲਈ ਕੀ ਹੈ? ਕਹਿੰਦੇ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ। ਇਹ ਜਗਤ ਦਾ ਖਿਲਾਰਾ ਖਿਲਾਰਿਆ ਹੋਇਆ, ਕਿਉਂਕਿ ਉਸ ਦੇ ਵਿੱਚੋਂ ਜਿਹੜੇ ਚੰਗੇ ਭਗਤ ਨੇ, ਸੰਤ ਨੇ, ਸਾਧ ਨੇ, ਉਹ ਚੰਗੇ ਗੁਣ ਲੈ ਕੇ ਸਮਾਜ ਦੇ ਵਿੱਚ ਪੈਦਾ ਹੁੰਦੇ ਨੇ। ਫਿਰ ਉਹਨਾਂ ਦਾ ਪ੍ਰਤਾਪ ਵੀ ਤੇ ਹੋਣਾ ਹੀ ਹੈ, ਕਿਉਂਕਿ ਦੂਜੇ ਪਾਸੇ ਦੁਨੀਆ ਉਹ ਹੈ ਜਿਹੜੀ ਆਲ ਜਾਲ ਮਾਇਆ ਜੰਜਾਲ ਦੇ ਵਿੱਚ ਫਸੀ ਹੋਈ ਹੈ। ਤੇ ਜਿਹੜਾ ਗੁਰੂ ਹੈ, ਸੰਤ ਹੈ, ਸਾਧ ਹੈ, ਬ੍ਰਹਮ ਗਿਆਨੀ ਹੈ, ਉਹ ਕੀ ਹੈ? ਉਹ ਇਹਨਾਂ ਬੰਧਨਾਂ ਤੋਂ ਮੁਕਤ ਹੈ। ਉਸ ਨੂੰ ਇਹ ਬੰਧਨ ਨਹੀਂ ਪੈਂਦੇ। ਉਹ ਇਹਨਾਂ ਮਾਇਆ ਜੰਜਾਲ ਦੇ ਦੁੱਖ ਸੁੱਖ ਮਾਣ ਅਪਮਾਨ ਨਰਕ ਸੁਰਗ ਇਹਨਾਂ ਤੋਂ ਬਹੁਤ ਪਰੇ ਹੈ। ਉਹਨੂੰ ਇਸ ਚੀਜ਼ਾਂ ਨਾਲ ਕੋਈ ਮਤਲਬ ਨਹੀਂ। ਉਹਨੂੰ ਤੇ ਸਿਰਫ ਪਰਮਾਤਮਾ ਦੇ ਨਾਮ ਸਿਮਰਨ ਬੰਦਗੀ ਦੇ ਨਾਲ ਮਤਲਬ ਹੈ। ਦੂਜਾ ਤੇ ਸਾਰਾ ਦੁੱਖ ਸੁੱਖ ਦੇ ਵਿੱਚ ਤਾਂ ਬਾਕੀ ਦੁਨੀਆ ਮਾਇਆ ਜੰਜਾਲ ਦੇ ਵਿੱਚ ਫਸੇ ਹੋਏ ਨੇ। ਤੇ ਨਰਕ ਸਵਰਗ ਵੀ ਇਹਨਾਂ ਦੀ ਪੈਦਾਇਸ਼ ਹੈ, ਜਿਹੜੇ ਆਪ ਦੁੱਖਾਂ ਸੁੱਖਾਂ ਦੇ ਵਿੱਚ ਨੇ। ਉਹੀ ਨਰਕਾਂ ਸੁਰਗਾਂ ਦੀ ਗੱਲ ਕਰਦੇ ਆ। ਨਹੀਂ ਤੇ ਜਿਹੜੇ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਂਦੇ ਆ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉੱਥੇ ਕਹਿੰਦੇ ਵੀ ਨਰਕ ਸੁਰਗ ਤੇ ਮੈਂ ਰਹਿਓ, ਬਚ ਗਿਆ। ਕਹਿੰਦੇ ਮੈਂ ਨਰਕਾਂ ਤੇ ਸਵਰਗਾਂ ਦੋਨਾਂ ਤੋਂ ਹੀ ਬਚ ਗਿਆ, ਮੈਨੂੰ ਨਹੀਂ ਚਾਹੀਦੇ ਕਹਿੰਦੇ ਨਾਮ। ਇਹ ਤੇ ਕਹਿੰਦੇ ਸੰਤਨ ਦੋ ਰਾਦੇ, ਸੰਤਾਂ ਨੇ ਰਾਦੀ ਕਰ ਦਿੱਤੇ ਨੇ, ਚਾਹੀਦੀ ਨਹੀਂ ਕਹਿੰਦੇ, ਬਿਲ ਪਾਸਾ ਹੀ ਵੱਟ ਲਿਆ। ਕਹਿੰਦੇ ਨਾ। ਸਵਰਗ ਕੀ ਹੈ? ਕਹਿੰਦੇ ਭਿਸਤ ਨਜ਼ੀਕ ਰਾਖ ਰਹਿਮਾਨਾ, ਹੇ ਰਹਿਮਾਨ, ਹੇ ਅਕਾਲ ਪੁਰਖ ਪਰਮਾਤਮਾ ਜੀ, ਮੈਨੂੰ ਆਪਣੇ ਨੇੜੇ ਰੱਖ, ਇਹੀ ਮੇਰੇ ਲਈ ਸਵਰਗ ਹੈ। ਤੇਰੀ ਯਾਦ ਵਿੱਚ ਮੈਂ ਜੁੜਿਆ ਰਹਾਂ, ਮੇਰੇ ਲਈ ਸਵਰਗ ਹੀ ਇਹ ਹੈ। ਤੇਰੀ ਬੰਦਗੀ ਕਰਾਂ, ਮੇਰੇ ਲਈ ਸਵਰਗ ਹੀ ਇਹ ਹੈ। ਤੇਰੀ ਵਡਿਆਈ ਗਾਵਾਂ, ਉਪਮਾ ਕਰਾਂ, ਤੇਰੇ ਚੰਗੇ ਗੁਣਾਂ ਦੇ ਵਿੱਚ ਇਸ ਸੰਸਾਰ ਨੂੰ ਸੋਹਣਾ ਬਣਾਵਾਂ, ਇਹੀ ਮੇਰੇ ਲਈ ਸਵਰਗ ਹੈ। ਜਿਹੜਾ ਮੋਹ ਮਾਇਆ ਦੇ ਸੰਬੰਧ ਦੇ ਵਿੱਚੋਂ ਉੱਪਰ ਹੈ, ਦੁੱਖ ਸੁੱਖ ਮਾਣ ਅਪਮਾਨ ਤੋਂ ਛੁੱਟ ਗਿਆ ਹੈ, ਉੱਪਰ ਹੈ, ਉਹ ਕੀ ਹੈ? ਉਹ ਸੰਤ ਹੈ। ਉਹੀ ਉਸ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੱਗ ਗਿਆ। ਫਿਰ ਉਸਨੇ ਆਪਣੇ ਨੇੜੇ ਹੀ ਪਰਮੇਸ਼ਰ ਨੂੰ ਵੇਖਿਆ ਹੈ। ਗਾਵੈ ਕੋ ਜਾਪੈ ਦਿਸੈ ਦੂਰ, ਕੋਈ ਦੂਰ ਦੇਖ ਕੇ ਗਾਉਂਦਾ ਹੈ। ਗਾਵੈ ਕੋ ਵੇਖੈ ਹਾਦਰਾ ਹਦੂਰ, ਨੇੜੇ ਕਰਕੇ ਗਾਉਂਦਾ ਹੈ ਵੀ ਪਰਮਾਤਮਾ ਮੇਰੇ ਨਾਲ ਹੀ ਹੈ। ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਸਦਾ ਅੰਗ ਸੰਗ ਹੈ ਪਰਮੇਸ਼ਰ ਤੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਫਿਰ ਹੀ ਕਹਾਂਗੇ ਨਾ, ਤੇਰਾ ਕੀਆ
मीठा लागै, हर नाम पदार्थ नानक मांगै। फिर नाम की दात ही मंगांगे। बिसर नाही दातार, अपना नाम देहो गुण गावां, दिन रात नानक चाओ। फिर उसे गाउण का चाਅ भी चढ़ेगा, अंदर पैदा होगा। पर कदों? ਜਦੋਂ ਅਸੀਂ परमेश्वर ਨੂੰ ਇੱਕ करके जान लवांगे। ਦੋਹੂ ਪਾਖ ਕਾ ਆਪੇ ਧਣੀ, ਉਨਕੀ ਸ਼ੋਭਾ ਉਨਹੂ ਬਣੀ। ਕਹਿੰਦੇ ਦੋਹਾਂ ਪਾਖ ਦਾ, ਸੰਤਾਂ ਦਾ ਪ੍ਰਤਾਪ ਅਤੇ ਮਾਇਆ ਦਾ ਪ੍ਰਭਾਵ, ਦੋਹਾਂ ਪਾਸਿਆਂ ਦਾ ਹੀ ਮਾਲਕ ਜਿਹੜਾ ਹੈ ਉਹ ਪਰਮੇਸ਼ਰ ਆਪ ਹੈ। ਭਾਵ ਕਿ ਭਗਤੀ ਦੇ ਵਿੱਚ ਜੁੜਿਆਂ ਦਾ ਵੀ ਪਰਮੇਸ਼ਰ ਆਪ ਹੈ, ਤੇ ਦੂਜੇ ਪਾਸੇ ਜਿਹੜੀ ਇਹ ਮਾਇਆ ਰਚਨਾ ਕੀਤੀ ਹੈ, ਇਹ ਰਚਨਾ ਦਾ ਵੀ ਮਾਲਕ ਪਰਮੇਸ਼ਰ ਹੈ ਆਪ। ਇਸ ਮਾਇਆ ਦੇ ਛੁਟਕਾਰੇ ਤੋਂ ਬਚਣ ਦੇ ਲਈ, ਬੰਧਨਾਂ ਤੋਂ ਮੁਕਤੀ ਪਾਉਣ ਦੇ ਲਈ ਹੀ ਪਰਮੇਸ਼ਰ ਨੇ ਭਗਤੀ ਪੈਦਾ ਕੀਤੀ ਹੈ, ਕਿ ਭਗਤੀ ਦੇ ਦੁਆਰਾ ਹੀ ਪਰਮੇਸ਼ਰ ਦੇ ਨਾਲ ਇੱਕਮਿਕ ਹੋਇਆ ਜਾਂਦਾ ਹੈ। ਖੇਡ ਹੈ ਉਹ ਪਰਮਾਤਮਾ ਨੇ ਇਹ ਖੇਡਾਂ ਪਾਉਣ ਦੇ ਲਈ, ਕਿਉਂਕਿ ਹੁਣ ਜਿਹੜਾ ਖੇਡਾਂ ਕੋਈ ਪਾਉਣ ਆਉਂਦਾ ਉਹਨੂੰ ਦੋ ਚੀਜ਼ਾਂ ਸਾਹਮਣੇ ਰੱਖਣੀਆਂ ਪੈਂਦੀਆਂ ਨੇ, ਇੱਕ ਚੰਗਿਆਈ ਤੇ ਇੱਕ ਬੁਰਿਆਈ। ਇਸੇ ਕਰਕੇ ਇੱਥੇ ਸਤਿਗੁਰੂ ਨੇ ਪਾਤਸ਼ਾਹ ਨੇ ਬਚਨ ਵੀ ਇਹੀ ਕਹਿੰਦੇ ਵੀ ਇੱਥੇ ਭਾਈ ਜਿਹੜੀ ਵਰਤੋਂ ਹੋਣੀ ਹੈ ਨਾ, ਵਾਚਿਆ ਜਾਣਾ ਪਰਮੇਸ਼ਰ ਧਰਮ ਦੇ ਦਰਬਾਰ ਵਿੱਚ, ਉਹ ਕੀ ਹੈ? ਚੰਗਿਆਈਆਂ ਬੁਰਿਆਈਆਂ, ਇਹੀ ਬਾਚੀਆਂ ਜਾਣੀਆਂ ਨੇ, ਇਹੀ ਵੇਖੀਆਂ ਜਾਣੀਆਂ ਵੀ ਤੇਰੀਆਂ ਚੰਗਿਆਈਆਂ ਕਿੰਨੀਆਂ ਤੇ ਬੁਰਿਆਈਆਂ ਕਿੰਨੀਆਂ ਨੇ। ਇਹੀ ਖੇਡਾ ਹੁੰਦਾ, ਇਹੀ ਕੌਤਕ ਹੁੰਦਾ। ਜੇ ਇੱਕ ਚੀਜ਼ ਹੀ ਚੱਲੀ ਜਾਵੇ ਉਹ ਖੇਡ ਦਾ ਵੀ ਆਨੰਦ ਨਹੀਂ ਆਉਂਦਾ। ਜੇ ਇੱਕੋ ਹੀ ਸਾਰੀ ਦੁਨੀਆ ਹੀ ਵੀ ਭਗਤੀ ਬਣ ਜਾਵੇ, ਫਿਰ ਭਗਤ ਪ੍ਰਗਟ ਨਹੀਂ ਹੋਵੇਗਾ। ਫਿਰ ਤੇ ਪਤਾ ਹੀ ਹੈ ਵੀ ਸਾਰੀ ਦੁਨੀਆ ਹੀ ਬੈਠੀ ਹੈ ਭਗਤ ਬਣੇ। ਤੇ ਦੂਜੇ ਪਾਸੇ ਪਸਾਰਾ ਕਹਿੰਦੇ ਉਹਨਾਂ ਦਾ ਵੀ ਹੈ ਜਿਹੜੇ ਭਗਤਾਂ ਨੂੰ ਮਾਰਦੇ ਨੇ, ਨਾਮ ਨਹੀਂ ਜਪਣ ਦਿੰਦੇ, ਉਹਨਾਂ ਦੀਆਂ ਲੁੱਟਾਂ ਕਰਦੇ ਨੇ, ਆਤਮਕ ਲੁੱਟ, ਸਰੀਰਕ ਲੁੱਟ, ਆਰਥਿਕ ਸਮਾਜਿਕ ਲੁੱਟ। ਸਿੱਕੇ ਦੇ ਦੋ ਪਹਿਲੂ ਨੇ ਨਾ, ਇੱਕ ਹੈਡ ਤੇ ਇੱਕ ਟੇਲ, ਸਿੱਕੇ ਦੇ ਦੋ ਪਾਸੇ। ਉਵੇਂ ਕਹਿੰਦੇ ਇਸ ਸੰਸਾਰ ਦੇ ਵੀ ਇਹ ਦੋ ਪਾਸੇ ਨੇ, ਇੱਕ ਦੁਨੀਆਦਾਰੀ ਹੈ, ਇੱਕ ਨਿਰੰਕਾਰੀ ਹੈ, ਅਕਾਲ ਪੁਰਖ ਪਰਮਾਤਮਾ ਦਾ ਪਾਸਾ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਹੁਤੇ ਉਹ ਨੇ ਜਿਹੜੇ ਇਸ ਦੁਨੀਆ ਦੇ ਵਿੱਚ ਚਿੱਤ ਲਾ ਕੇ ਬੈਠੇ ਹੋਏ ਨੇ, ਜਿਨ੍ਹਾਂ ਨੇ ਇਸ ਦੁਨੀਆ ਦੇ ਕਰਕੇ ਆਪਣਾ ਦੀਨ ਈਮਾਨ ਗਵਾਇਆ ਹੈ। ਦੀਨ ਗਵਾਇਆ ਦੁਨੀ ਸੇ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਗਾਫਲ ਹੋ ਗਿਆ ਕਹਿੰਦੇ, ਗਫਲਤਾ ਦੀ ਨੀਂਦ ਦੇ ਵਿੱਚ ਇਹਨੇ ਆਪਣੇ ਪੈਰ ਤੇ ਹੀ ਆਪ ਕੁਹਾੜਾ ਮਾਰ ਲਿਆ, ਆਪਣਾ ਆਪ ਹੀ ਆਪੇ ਖਤਮ ਕਰ ਲਿਆ। ਇਸੇ ਕਰਕੇ ਸਤਿਗੁਰੂ ਨੇ ਜਗਾਇਆ ਏ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਗਾਫਲਤਾ ਦੀ ਨੀਂਦ ਵਿੱਚ ਕਿਉਂ ਸੁੱਤਾ? ਇਸ ਮੋਹ ਮਾਇਆ ਦੇ ਪਸਾਰੇ ਦੀ ਨੀਂਦ ਵਿੱਚ ਤੂੰ ਕਿਉਂ ਸੁੱਤਾ ਪਿਆ ਹੈ? ਜਾਗ, ਹੁਣ ਉੱਠਣ ਦਾ ਵੇਲਾ ਹੈ, ਉੱਠ। ਇਹ ਮਨੁੱਖਾ ਜਨਮ ਜੇਕਰ ਤੂੰ ਜਾਗ ਕੇ ਲੰਘਾਵੇਂਗਾ ਤੇ ਪਰਮੇਸ਼ਰ ਦੀ ਯਾਦ ਵਿੱਚ ਜੁੜੇਗਾ, ਨਹੀਂ ਦੁਨਿਆਵੀ ਧੰਦਿਆਂ ਦੇ ਵਿੱਚ ਖਚਤ ਹੋ ਜਾਵੇਗਾ। ਸਤਿਗੁਰੂ ਕਹਿੰਦੇ ਭਾਈ ਇਹ ਅਕਾਰਾ ਸਾਰਾ ਜਿੰਨਾ ਵੀ ਪਸਾਰ ਹੈ ਨਾ, ਇਹ ਪਰਮੇਸ਼ਰ ਨੇ ਆਪ ਕੀਤਾ ਹੋਇਆ ਹੈ। ਓਵਨ ਗੁਰਮੁਖ ਕੀਓ ਪਸਾਰਾ, ਕੀਓ ਅਕਾਰਾ, ਏਕੈ ਸੂਤ ਪਰੋਵਨਹਾਰਾ। ਇੱਕੋ ਸੂਤ ਦੇ ਵਿੱਚ ਹੀ ਸਾਰਾ ਕੁਝ ਪਰੋ ਕੇ ਰੱਖਿਆ ਹੋਇਆ ਹੈ। ਜਿਵੇਂ ਮੋਤੀ ਹੁੰਦੇ ਨੇ ਨਾ ਮਣਕੇ ਮਾਲਾ ਦੇ, ਉਹਨਾਂ ਨੂੰ ਇੱਕ ਧਾਗੇ ਵਿੱਚ ਪਰੋਇਆ ਜਾਂਦਾ ਹੈ, ਫਿਰ ਹੀ ਉਹ ਇੱਕ ਥਾਂ ਦੇ ਉੱਤੇ ਇੱਕੋ ਲੜੀ ਦੇ ਵਿੱਚ ਪਰੋਏ ਜਾਂਦੇ ਨੇ, ਫਿਰ ਹੀ ਸੋਹਣੇ ਲੱਗਦੇ। ਇੱਕੋ ਸੂਤ ਦੇ ਵਿੱਚ ਪਰਮੇਸ਼ਰ ਨੇ ਇਹ ਧਰਤੀ ਵੀ ਜਿਹੜੀ ਹੈ ਉਹ ਪਰੋਈ ਹੋਈ ਹੈ।
ਬਹੁਤਿਆਂ ਦੇ ਵਿੱਚ ਨਹੀਂ ਹੈ। ਤੂੰ ਸੂਤ ਮਣੀਏ ਵੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦ ਮਦ ਅੰਤ ਪ੍ਰਭ ਸੋਈ, ਅਵਰ ਨਾ ਕੋਏ ਦਖਾਲੀਏ ਜਿਉ। ਸੂਤ ਦਾ ਅਰਥ ਹੈ ਧਾਗਾ, ਮਣੀਏ ਦਾ ਅਰਥ ਹੈ ਮਣਕਾ। ਕਹਿੰਦੇ ਇਹ ਸਾਰਾ ਜਗਤ ਪਸਾਰਾ ਹੈ ਪਰਮੇਸ਼ਰ ਜੀ ਤੈਥੋਂ ਹੀ ਬਣਿਆ ਹੋਇਆ ਹੈ। ਇਸੇ ਕਰਕੇ ਇੱਕ ਹੈ ਸੂਤ ਪਰੋਵਨਹਾਰਾ, ਇੱਕੋ ਸੂਤ ਦੇ ਵਿੱਚ ਤੈਂ ਸਭ ਕਾਸੇ ਨੂੰ ਪਰੋਇਆ ਹੋਇਆ ਹੈ, ਧਾਗਾ ਬਣ ਕੇ ਅਤੇ ਮਾਲਾ ਦਾ ਮਣਕਾ ਬਣ ਕੇ। ਧਾਗਾ ਕੀ ਹੈ? ਪਰਮਾਤਮਾ ਦਾ ਹੁਕਮ, ਇਹ ਧਾਗਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਇਹ ਹੈ ਸੂਤ, ਇੱਕੋ ਸੂਤ ਦੇ ਵਿੱਚ ਪਰੋਇਆ ਜਾਣਾ, ਜਿਹੜਾ ਕਦੇ ਵੀ ਟੁੱਟਦਾ ਨਹੀਂ ਹੈ, ਖਤਮ ਨਹੀਂ ਹੁੰਦਾ। ਉਹ ਸ੍ਰੇਸ਼ਟ ਹੁਕਮ ਦੇ ਵਿੱਚ ਸਾਰੇ ਮਣਕੇ ਸੰਸਾਰ ਨੂੰ ਪਰੋ ਕੇ ਰੱਖਿਆ ਹੋਇਆ ਹੈ ਪਰਮੇਸ਼ਰ ਨੇ। ਤੇ ਇਸੇ ਕਰਕੇ ਹੀ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ। ਕਹਿੰਦੇ ਉਸ ਪਰਮੇਸ਼ਰ ਦੇ ਸਦਾ ਭਾਉ ਦੇ ਵਿੱਚ ਵਸ ਕੇ ਰਹੋ, ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹੋ, ਤਾਂ ਕਿ ਸਾਨੂੰ ਇਸ ਗੱਲ ਦੀ ਸਮਝ ਪੈ ਸਕੇ। ਗਜ ਨਭ ਗਜ ਦਸ ਗਜ 21 ਪੁਰੀਆਂ ਏਕ ਤਨਾਈ। ਗਜ ਨਭ 9 ਗਜ, 9 ਗੋਲਕਾਂ, ਗਜ 10 ਇੰਦਰੇ, ਗਜ 21 5 ਸੂਖਮ ਤੱਤ, 5 ਅਸਥੂਲ ਤੱਤ ਤੇ 10 ਪ੍ਰਾਣ 1 ਮਨ, ਕੁੱਲ 21। ਪੁਰੀਆ ਤਨਾਈ ਕਹਿੰਦੇ ਪੂਰੀ 40 ਗਜ ਦੀ ਤਾਣੀ ਹੈ ਜਿਹੜੀ, ਇਹ ਤਣੀ ਹੋਈ ਹੈ ਕਾਹਦੇ ਵਿੱਚ? ਇੱਕ ਸੂਤ ਦੇ ਵਿੱਚ। ਤੇ ਹੁਣ ਇਸ ਕਹਿੰਦੇ ਜਦੋਂ ਵੀ ਕੋਈ ਜੀਵ ਜਨਮ ਲੈਂਦਾ ਹੈ, ਪੈਦਾ ਹੁੰਦਾ ਹੈ, ਕਹਿੰਦੇ ਪੂਰੀ ਇੱਕ ਤਾਣੀ ਜਿਹੜੀ 40 ਗਜਾਂ ਦੀ ਤਿਆਰ ਹੁੰਦੀ ਹੈ। ਜਿਵੇਂ ਕੋਈ ਤਾਣਾ ਤਣਦਾ ਨਾ, ਉਹ ਹੁਣ ਇੱਕ ਤਾਣੇ ਨੂੰ ਬੰਨ੍ਹਣ ਦੇ ਲਈ ਕਈ ਧਾਗਿਆਂ ਨੂੰ ਇੱਕੋ ਥਾਂ ਦੇ ਉੱਤੇ ਪਰੋਈ ਜਾਂਦਾ। ਫਿਰ ਉਹ ਕੀ ਬਣਦਾ? ਇੱਕ ਦਰੀ ਚਾਦਰ ਬਣ ਜਾਂਦੀ ਹੈ, ਜਿਸ ਨੂੰ ਅਸੀਂ ਵਰਤੋਂ ਦੇ ਵਿੱਚ ਲੈ ਕੇ ਆਉਂਦੇ। ਕਹਿੰਦੇ ਪਰਮੇਸ਼ਰ ਨੇ ਵੀ ਇੱਕ ਹੀ ਤਾਣਾ ਤਣਿਆ ਹੋਇਆ, ਪਰ ਉਹ ਜਿਹੜਾ ਤਾਣਾ ਨਾ ਸਭਨਾਂ ਦੇ ਵਿੱਚ ਓਤ ਪਰੋਤ ਹੈ, ਇੱਕ ਮਿੱਕ ਹੈ ਹਰ ਥਾਂ ਦੇ ਉੱਤੇ। 60 ਸੂਤ ਨਵ ਖੰਡ 72 ਪਾਠ ਲਗੋ ਅਧਿਕਾਈ। 60 ਸੂਤ ਕਹਿੰਦੇ 60 ਨਾੜੀਆਂ ਲੰਮੇ ਪਾਸੇ ਦਾ ਤਾਣਾ ਬਣਿਆ ਹੋਇਆ ਹੈ। ਨਵ ਖੰਡ 9 ਟੋਟੇ, 9 ਜੋੜੇ ਦੀ ਤਾਣੀ ਹੈ। ਜੋੜਿਆਂ ਦੇ ਵਿੱਚ ਹੁੰਦੀ ਹੈ ਨਾ ਤਾਣੀ, ਜੋੜੇ ਜੋਟੇ ਬਣਾ ਬਣਾ ਤਾਣਾ ਤਣਨਾ, ਇੱਕ ਜੋਟਾ ਥੱਲੇ ਇੱਕ ਉੱਪਰ। ਕਹਿੰਦੇ ਉਸੇ ਤਰ੍ਹਾਂ ਹੀ ਇਹ ਪਰਮੇਸ਼ਰ ਦਾ ਵੀ ਤਾਣਾ। ਦੇਖੋ ਸਾਡੇ ਘਰਾਂ ਦੇ ਵਿੱਚ, ਸਮਾਜ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ, ਪਦਾਰਥਾਂ, ਚੀਜ਼ਾਂ ਦੇ ਨਾਲ ਸਾਡੇ ਮਨੁੱਖ ਦੇ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਤੋਂ ਸਾਨੂੰ ਪਰਮੇਸ਼ਰ ਦੀ ਇੱਕ ਬਣਤ ਦਿਖਾ ਦਿੱਤੀ ਵੀ ਪਰਮੇਸ਼ਰ ਵੀ ਇਸੇ ਤਰ੍ਹਾਂ ਹੀ ਬਣਤ ਬਣਾਉਂਦਾ ਹੈ। ਕਹਿੰਦੇ ਇਹ ਜਿਹੜਾ 60 ਨਾੜੀਆਂ ਸੂਤਰ ਹੈ, ਸਰੀਰ ਦੇ 9 ਜੋੜ, ਉਸ ਤਾਣੀ ਦੇ 9 ਟੋਟੇ ਹਨ ਅਤੇ 72 ਛੋਟੀਆਂ ਨਾੜੀਆਂ। ਇਹ ਉਸ ਤਾਣੀ ਨੂੰ ਵਾਧੂ ਪੇਟਾ ਲੱਗਾ ਹੋਇਆ ਸਮਝੋ। ਲੰਮੇ ਹੁੰਦੇ ਨਾ ਰੇਸ਼ੇ, ਲੰਮੇ ਧਾਗੇ, ਉਹ ਕਹਿੰਦੇ ਲੰਮੇ ਧਾਗੇ ਜਿਹੜੇ ਉਹ 72 ਨਾੜੀਆਂ ਦੇ ਰੂਪ ਵਿੱਚ ਨੇ। ਤੇ ਜਿਹੜੇ ਦੂਜੇ ਪਾਸੇ ਆ ਕਹਿੰਦੇ ਉਹ 60 ਨਾੜੀਆਂ ਦੇ ਰੂਪ ਦੇ ਵਿੱਚ ਹੈ। ਲੰਬਾਈ ਤੇ ਚੌੜਾਈ ਬਣਦੀ ਹੈ ਨਾ। ਤੇ ਕਹਿੰਦੇ ਇਸ ਨੂੰ 9 ਜੋੜਾਂ ਦੇ ਵਿੱਚ ਬੱਝਿਆ ਗਿਆ ਹੈ। ਸਰੀਰ ਟੋਟਲ 9 ਜੋੜ ਦੇ ਵਿੱਚ ਬੱਝਿਆ ਹੋਇਆ ਹੈ, 9 ਜੁਆਇੰਟ ਦੇ ਵਿੱਚ ਬੰਨ੍ਹਿਆ ਹੋਇਆ ਹੈ। ਉਹ ਆਪਣੇ ਪੈਰਾਂ ਦੇ, ਗੋਡਿਆਂ ਦੇ, ਲੱਕ ਦੇ ਜੋੜ ਤੇ ਫਿਰ ਗਰਦਨ ਦਾ, ਮੋਢਿਆਂ ਦਾ, ਕੂਹਣੀਆਂ ਦਾ, ਹੱਥਾਂ ਦਾ, ਇਹ 9 ਜੋੜਾਂ ਦੇ ਵਿੱਚ ਸਰੀਰ ਬੰਨ੍ਹ ਕੇ ਰੱਖਿਆ ਹੋਇਆ ਹੈ। ਇਹ ਪਰਮੇਸ਼ਰ ਦੀ ਕਲਾ ਹੈ।
ਜਿਹੜੀ ਇੱਕੋ ਵਾਰ ਦੇ ਵਿੱਚ ਇਹਨਾਂ ਜੋੜਾਂ ਦੀ ਗਹਿਰਾਈ ਨੂੰ ਨਾਪਦੀ ਹੈ। ਇਹ ਪਰਮੇਸ਼ਰ ਦਾ ਸੂਤ ਪਰੋਇਆ ਹੋਇਆ ਹੈ। ਦੇਖੋ ਸਾਰਾ ਤਾਣਾ ਪੇਟਾ ਚੱਲ ਰਿਹਾ ਹੈ। ਹੁਣ ਕਹਿੰਦੇ ਗਈ ਬਨਾਵਣ ਮਾਹੋ। ਹੁਣ ਜਿਹੜੀ ਇਹ ਵਾਸ਼ਨਾ ਹੈ ਨਾ ਅੰਦਰ, ਮਾਹੋ ਦਾ ਅਰਥ ਹੈ ਵਾਸ਼ਨਾ, ਇਹ ਸਰੀਰ ਦੀ ਤਾਣੀ ਬਣਾਉਣ ਜਿਹੜੀ ਹੈ ਇਹ ਤੁਰ ਪੈਂਦੀ ਹੈ। ਘਰ ਛੋੜਿਆ ਜਾਏ ਜਲਾਹੋ। ਕਹਿੰਦੇ ਹੁਣ ਜੀਵ ਜੁਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ। ਪਰਮੇਸ਼ਰ ਨੂੰ ਵਿਸਾਰਨ ਕਰਕੇ ਜੀਵ ਜਿਹੜਾ ਹੈ ਇਹ ਵਾਸਨਾ ਦੇ ਵਿੱਚ ਵੱਧ ਜਾਂਦਾ ਹੈ। ਘਰ ਛੋੜਿਆ ਜਾਏ ਜਲਾਹੋ। ਤੇ ਇਹ ਵਾਸਨਾ ਇਸ ਨੂੰ ਜਿਹੜੀ ਸਰੀਰ ਦੇ ਵਿੱਚ ਲਿਆਉਣ ਦਾ ਕਾਰਨ ਹੈ ਉਹ ਇਹ ਬਣਦੀ ਹੈ ਕਿ ਪਰਮੇਸ਼ਰ ਦੇ ਘਰ ਤੋਂ ਦੂਰ ਹੋ ਜਾਂਦਾ, ਪਰਮੇਸ਼ਰ ਦੇ ਘਰ ਤੋਂ ਟੁੱਟ ਜਾਂਦਾ ਹੈ। ਗਜੀ ਨਾ ਮਿਣੀਏ ਤੋੜ ਨਾ ਤੁਲੀਏ ਪਾਚਨ ਸੇਰ ਅਢਾਈ। ਜੋ ਕਰ ਪਾਚਨ ਬੇਗ ਨਾ ਪਾਵੇ ਝਗਰ ਕਰੇ ਕਰਹਾਈ। ਦਿਨ ਕੀ ਬੈਠ ਖਸਮ ਕੀ ਬਰਕਸ ਇਹ ਵੇਲਾ ਕਤ ਆਈ। ਦੇਖੋ ਬਾਬਾ ਕਬੀਰ ਸਾਹਿਬ ਜੀ ਆਪ ਜਿਹੜਾ ਇਹ ਤਾਣਾ ਪੇਟਾ ਤਣਦੇ ਸੀ, ਉਸੇ ਦੇ ਰੂਪ ਦੇ ਵਿੱਚ ਹੀ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਮਝਾ ਦਿੱਤਾ ਕਿ ਭਾਈ ਜਿਹੜਾ ਇਹ ਸਰੀਰ ਹੈ ਨਾ ਇਹ ਵੀ ਇੱਕ ਤਾਣੇ ਪੇਟੇ ਦੇ ਰੂਪ ਦੇ ਵਿੱਚ ਬੱਝਿਆ ਹੋਇਆ ਹੈ। ਆਪਣੇ ਕੰਮ ਦੇ ਵਿੱਚੋਂ ਹੀ, ਆਪਣੀ ਕਿਰਤ ਦੇ ਵਿੱਚੋਂ ਹੀ ਪਰਮੇਸ਼ਰ ਨੂੰ ਲੱਭ ਲਿਆ, ਆਪਣੇ ਕੰਮ ਦੇ ਵਿੱਚੋਂ ਹੀ, ਕਿਤੇ ਦੂਰ ਥੋੜ੍ਹੀ ਜਾਣਾ ਪਿਆ। ਜਦੋਂ ਬਾਬਾ ਨਾਮਦੇਵ ਪਾਤਸ਼ਾਹ ਜੀ ਗੱਲ ਕਰਦੇ ਨੇ ਉੱਥੇ ਵੀ ਉਹ ਆਪਣੇ ਕੰਮ ਦੇ ਵਿੱਚੋਂ ਹੀ, ਉਹ ਕਹਿੰਦੇ ਜਿਵੇਂ ਉਹ ਕੱਪੜਿਆਂ ਨੂੰ ਕੱਟ ਰਹੇ ਨੇ ਤੇ ਕੱਟ ਕੇ ਫਿਰ ਉਸ ਨੂੰ ਜੋੜ ਰਹੇ ਨੇ, ਸੀ ਰਹੇ ਨੇ, ਧਾਗਾ ਤੇ ਸੂਈ ਲੈ ਕੇ ਉਸ ਨੂੰ ਬੰਨ ਰਹੇ ਨੇ, ਤੋਪੇ ਲਾ ਰਹੇ ਨੇ। ਕਹਿੰਦੇ ਇਸ ਉੱਥੇ ਕਹਿੰਦੇ ਮਿਣਤੀ ਗਿਣਤੀ ਦੇ ਲਈ ਸਾਰੇ ਸੰਦ ਪਏ ਨੇ। ਕਹਿੰਦੇ ਇਸ ਨੂੰ ਜੋੜ ਵੇਖ, ਕਹਿੰਦੇ ਜੋੜ ਕੇ ਮਨ ਮੇਰੋ ਗਜ ਜਿਹਬਾ ਮੇਰੀ ਕਾਤੀ। ਮੱਪ ਕਾਟੋ ਹਉ ਜਮ ਕੀ ਫਾਸੀ। ਮਨ ਕਹਿੰਦੇ ਗਜ ਹੈ ਮੇਰਾ, ਜੀਭ ਮੇਰੀ ਕੈਂਚੀ ਹੈ। ਮਨ ਦੇ ਨਾਲ ਕਹਿੰਦੇ ਮੈਂ ਨਾਪ ਲੈਣਾ ਇੰਨਾ ਜਮਾਂ ਦਾ ਫਾਹਾ। ਜੀਭ ਦੇ ਨਾਲ ਕਹਿੰਦੇ ਰਾਮ ਕਹਿ ਕੇ ਪਰਮਾਤਮਾ ਨੂੰ ਜਪ ਕੇ ਮੈਂ ਕੱਟੀ ਜਾਂਦਾ, ਜਮਾਂ ਦਾ ਫਾਹਾ ਕੱਟ ਕੇ ਘਟਾਈ ਜਾਂਦਾ। ਤੇ ਇਸੇ ਕਰਕੇ ਇੱਕ ਮਿਕਤਾ ਹਾਸਲ ਹੋਈ ਹੈ ਪਰਮੇਸ਼ਰ ਦੇ ਨਾਲ, ਕੰਮ ਦੇ ਵਿੱਚੋਂ ਹੀ ਲੱਭਿਆ ਨਾ। ਸਤਿਗੁਰੂ ਕਹਿੰਦੇ ਜੇਕਰ ਤੂੰ ਕਿਰਸਾਨ ਹੈ ਭਾਈ ਕਿਰਸਾਨੀ ਕਰ, ਚੰਗੀ ਗੱਲ ਹੈ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੀਸ। ਲੈ ਕਹਿੰਦੇ ਕਰ ਲਾ ਖੇਤੀ। ਕਹਿੰਦੇ ਇਸ ਖੇਤੀ ਕਰਨ ਦੇ ਨਾਲ ਆਪਣੇ ਆਪ ਨੂੰ ਵੀ ਸਮਝ ਲੈ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ। ਹੁਣ ਕਿਸਾਨ ਨੂੰ ਇਹ ਤੇ ਗੱਲ ਭਲੀ ਭਾਂਤ ਪਤਾ ਹੈ ਨਾ ਵੀ ਜ਼ਮੀਨ ਪੱਧਰੀ ਕਰਕੇ ਫਸਲ ਬੀਜੀ ਜਾ ਸਕਦੀ ਹੈ, ਫੇਰ ਹੀ ਫਸਲ ਮੁਨਾਫਾ ਦੇਵੇਗੀ। ਟੋਇਆਂ ਟਿੱਬਿਆਂ ਦੇ ਵਿੱਚ ਬੀਜ ਸਿੱਟ ਦੇਵਾਂਗੇ ਉਹ ਕਿਸੇ ਕੰਮ ਨਹੀਂ, ਕਿਉਂਕਿ ਉੱਚੇ ਥਾਂ ਦੇ ਉੱਤੇ ਪਾਣੀ ਚੜ੍ਹਨਾ ਕੋਈ ਨਹੀਂ, ਉੱਥੇ ਵੈਸੇ ਵੀ ਮੱਚ ਜਾਣਾ, ਸੜ ਜਾਣਾ। ਤੇ ਦੂਜੇ ਪਾਸੇ ਟੋਇਆਂ ਦੇ ਵਿੱਚ ਪਾਣੀ ਬਹੁਤਾ ਖੜ ਜਾਣਾ, ਉੱਥੇ ਬੀਜ ਡਿੱਗਿਆ ਪਾਣੀ ਵਿੱਚ ਹੀ ਗਲ ਜਾਣਾ। ਇਸ ਕਰਕੇ ਕਹਿੰਦੇ ਪੱਧਰਾ ਕਰਨਾ ਪੈਣਾ, ਸਮਤਲ ਬਣਾਉਣੀ ਪੈਣੀ ਹੈ ਜ਼ਮੀਨ। ਤੇ ਬਾਬਾ ਫਰੀਦ ਜੀ ਕਹਿੰਦੇ ਭਾਈ ਮਨ ਮੈਦਾਨ ਕਰ, ਮਨ ਨੂੰ ਪੱਧਰਾ ਕਰ ਲੈ। ਇਹਦੇ ਵਿੱਚੋਂ ਵਹਿਮਾਂ ਭਰਮਾਂ ਦੇ ਟੋਏ ਟਿੱਬੇ ਕੱਟਣੇ ਪੈਣਗੇ, ਫੇਰ ਹੀ ਤੇਰੀ ਨਾਮ ਰੂਪੀ ਫਸਲ ਇਹ 'ਤੇ ਉੱਗੇਗੀ, ਨਹੀਂ ਤੇ ਨਹੀਂ ਉੱਗੇਗੀ। ਕਿਉਂਕਿ ਵਹਿਮ ਭਰਮ ਨੇ ਜਿਹੜੇ ਕਰਮ ਕਾਂਡ ਪਖੰਡ ਨੇ, ਇਹ ਤੇਰੇ ਨਾਮ ਰੂਪੀ ਬੀਜ ਨੂੰ ਸਾੜ ਦੇਣਗੇ, ਗਾਲ ਦੇਣਗੇ। ਜਪਿਆ ਹੋਇਆ ਵੀ ਫਿਰ ਨਾ ਜਪਿਆਂ ਦੇ ਬਰਾਬਰ ਹੋ ਜਾਵੇਗਾ ਜੇ ਟੋਏ ਟਿੱਬੇ ਨਾ ਲਾਹੇ। ਇਸ ਕਰਕੇ ਉਹ ਲਾਉਣੇ ਪੈਣੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਏਕੈ ਸੂਤ ਪਰੋਬਣਹਾਰਾ, ਇੱਕੋ ਸੂਤ ਦੇ ਵਿੱਚੋਂ ਬੰਨਣ ਵਾਲਾ ਹੈ ਪਰਮਾਤਮਾ।
ਸਭ ਕਾਸੇ ਨੂੰ ਇੱਕੋ ਦੇ ਵਿੱਚ ਟਿਕਾ ਕੇ ਰੱਖਣ ਵਾਲਾ, ਜੀ ਜਨਤਾ ਨੂੰ ਆਪਣੇ ਇੱਕੋ ਹੁਕਮ ਰੂਪੀ ਧਾਗੇ ਵਿੱਚ ਬੰਨ੍ਹਣ ਵਾਲਾ ਹੈ। ਕਹਿੰਦੇ ਤੂੰ ਵੀ ਉਸ ਧਾਗੇ ਦਾ ਹੀ ਮਣਕਾ ਬਣ ਕੇ ਰਹਿ। ਜੇ ਉਸ ਧਾਗੇ ਦਾ ਸਾਥ ਛੱਡ ਦੇਵੇਂਗਾ ਤੇ ਫਿਰ ਮਣਕਾ ਖਿੰਡ ਜਾਂਦਾ ਏ, ਖਿੱਲਰ ਜਾਂਦਾ ਏ। ਹੁਕਮ ਉਸ ਪਰਮੇਸ਼ਰ ਦਾ, ਉਸ ਹੁਕਮ ਦੇ ਵਿੱਚ ਹੀ ਸਾਰਾ ਧਾਗੇ ਜਿਹੜੇ ਮਣਕੇ ਨੇ ਜੀਆਂ ਜਨਤਾ ਬਨਸਪਤੀ ਮਨੁੱਖਾਂ ਦੇ, ਇਹ ਪਰੋ ਕੇ ਰੱਖੇ ਹੋਏ ਨੇ ਪਰਮੇਸ਼ਰ ਨੇ। ਦੇਖ ਕਿੰਨੀ ਸੋਹਣੀ ਮਾਲਾ ਹੈ। ਇਸ ਨੂੰ ਸੰਭਾਲਣਾ ਵੀ ਹੈ ਤੇ ਪਰਮੇਸ਼ਰ ਨੂੰ ਜਪਣਾ ਵੀ ਹੈ, ਕਿਉਂਕਿ ਮਾਲਾ ਦਾ ਮਣਕਾ ਵੀ ਸਾਡੇ ਕਰਕੇ ਖਰਾਬ ਨਾ ਹੋਵੇ। ਇਸ ਕਰਕੇ ਇੱਕੋ ਹੁਕਮ ਦੇ ਵਿੱਚ ਹੀ ਸਤਿਗੁਰੂ ਕਹਿੰਦੇ ਚੱਲ ਪਈ, ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ, ਜਿਹੜਾ ਧੁਰ ਤੋਂ ਨਾਲ ਲਿਖਿਆ ਹੋਇਆ ਉਸ ਹੁਕਮ ਦੇ ਵਿੱਚ ਚੱਲ, ਉਸੇ ਦੇ ਵਿੱਚ ਆਪਣਾ ਆਪ ਦਾ ਪਸਾਰਾ ਕਰ। ਭਿੰਨ ਭਿੰਨ ਤ੍ਰੈ ਗੁਣ ਵਿਸਥਾਰਨ, ਭਿੰਨ ਵੱਖ ਤਰੀਕਿਆਂ ਦੇ ਨਾਲ ਪਰਮੇਸ਼ਰ ਨੇ ਇਹ ਜਿਹੜਾ ਵਿਸਥਾਰ ਹੈ, ਖਿਲਾਰਾ ਕੀਤਾ ਹੋਇਆ ਹੈ, ਮਾਇਆ ਦੇ 3 ਗੁਣਾਂ ਦੇ ਵਿੱਚ ਇਹਨੂੰ ਵੰਡਿਆ ਹੋਇਆ ਹੈ। ਉਹ ਆਪਾਂ ਨਾਲ ਵਿਚਾਰ ਹੀ ਲਿਆ ਵੀ 3 ਗੁਣ ਕਿਹੜੇ ਨੇ, ਰਜੋ ਸਤੋ ਤਮੋ। ਇਹਦੇ ਵਿੱਚ ਕਹਿੰਦੇ ਇਹ ਜਿਹੜਾ ਮਾਇਆ ਦਾ ਖਿਲਾਰਾ ਮਨੁੱਖਾਂ ਦੇ ਵਿੱਚ ਫੈਲਿਆ ਹੋਇਆ ਹੈ, ਖਿਲਰਿਆ ਹੋਇਆ ਹੈ। ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰਨ, ਪ੍ਰਭੂ ਆਪਣੇ ਅਦ੍ਰਿਸ਼ਟ ਰੂਪ ਤੋਂ ਦਿਸਦਾ ਜਗਤ ਜਿਹੜਾ ਬਣਾਇਆ ਹੋਇਆ ਹੈ। ਪਰਮੇਸ਼ਰ ਨੇ ਆਪੇ ਆਪ ਹੀ ਇਹ ਜਗਤ ਨੂੰ ਪੈਦਾ ਕੀਤਾ, ਆਪਣੇ ਆਪ ਤੋਂ ਹੀ ਅਣਦਿਸਦੇ ਤੋਂ ਦਿਸਦਾ ਬਣਾਇਆ ਹੈ, ਅਣਦਿਸਦੇ ਤੋਂ ਦਿਸਦਾ ਬਣਾਇਆ ਹੈ। ਇਸ ਕਰਕੇ ਇਹਨਾਂ ਨੂੰ ਜਦੋਂ ਅਸੀਂ ਵੱਖੋ ਵੱਖਰਾ ਵੇਖਾਂਗੇ ਉਦੋਂ ਤੇ ਇਹ ਸਾਡੀ ਇੱਕਮਿਕਤਾ ਹਾਸਲ ਨਹੀਂ ਹੋਣੀ। ਇਸੇ ਕਰਕੇ ਉਸੇ ਪਰਮੇਸ਼ਰ ਨੂੰ ਇਹਦੇ ਵਿੱਚੋਂ ਵੇਖਣ ਦਾ ਯਤਨ ਕਰਨਾ ਹੈ। ਜਿਵੇਂ ਫੁੱਲ ਦੇ ਵਿੱਚੋਂ ਖੁਸ਼ਬੂ ਤਾਂ ਆਉਂਦੀ ਹੈ, ਪਰ ਹੁਣ ਕੋਈ ਖੁਸ਼ਬੂ ਨੂੰ ਵੇਖਣ ਦੀ ਕੋਸ਼ਿਸ਼ ਕਰੇ ਵੀ ਮੈਂ ਵੇਖ ਲਵਾਂ ਨੰਗੀ ਅੱਖ ਦੇ ਨਾਲ, ਉਹ ਖੁਸ਼ਬੂ ਨੂੰ ਵੇਖਿਆ ਨਹੀਂ ਜਾ ਸਕਦਾ। ਖੁਸ਼ਬੂ ਨੂੰ ਲੈਣ ਦੇ ਲਈ ਪਰਮੇਸ਼ਰ ਨੇ ਨੱਕ ਪੈਦਾ ਕੀਤਾ ਹੈ। ਕਹਿੰਦੇ ਵੇਖ ਪੋਹਪ ਮੱਧ ਜਿਉਂ ਵਾਸ ਵਸਤ ਹੈ। ਫੁੱਲ ਦੇ ਵਿੱਚ ਜਿਵੇਂ ਸੁਗੰਧੀ ਵਸਦੀ ਹੈ, ਇਵੇਂ ਹੀ ਪਰਮੇਸ਼ਰ ਇਸ ਸ੍ਰਿਸ਼ਟੀ ਦੇ ਵਿੱਚ ਵਸਦਾ ਹੈ। ਹੁਣ ਇਸ ਸ੍ਰਿਸ਼ਟੀ ਜਿਵੇਂ ਭੌਰਾ ਉਸ ਫੁੱਲ ਦੇ ਵਿੱਚੋਂ ਸੁਗੰਧੀ ਲੱਭ ਲੈਂਦਾ ਨਾ, ਸਾਨੂੰ ਵੀ ਕਹਿੰਦੇ ਭੌਰਾ ਬਣਨਾ ਪੈਣਾ ਇਸ ਪਰਮੇਸ਼ਰ ਨੂੰ, ਇਸ ਸੋਹਣੀ ਧਰਤੀ ਰੂਪੀ ਫੁੱਲ ਦੇ ਵਿੱਚੋਂ ਲੱਭਣ ਲਈ। ਜੇ ਭੌਰੇ ਬਣਾਂਗੇ ਤਾਂ ਲੱਭਿਆ ਜਾਵੇਗਾ। ਹੁਣ ਭੌਰਾ ਬਣਨ ਦੀ ਥਾਂ ਤੇ ਕੋਈ ਹਾਥੀ ਬਣਿਆ ਰਵੇ, ਫਿਰ ਥੋੜ੍ਹੀ ਲੱਭੀ ਜਾਣੀ ਹੈ ਖੁਸ਼ਬੂ ਨਾ। ਉਹ ਤੇ ਭੌਰੇ ਨੂੰ, ਗੁਣ ਭੌਰੇ ਕੋਲ ਹੈ। ਤੇ ਸਤਿਗੁਰੂ ਕਹਿੰਦੇ ਆਪਣੇ ਮਨ ਨੂੰ ਭੌਰਾ ਬਣਾ ਲੈ। ਜਿਹੜਾ ਸੁਗੰਧੀ ਦੀ ਸਾਰ ਜਾਣਦਾ ਹੈ, ਫੇਰ ਹੀ ਸੁਗੰਧੀ ਮਾਣੀ ਜਾ ਸਕਦੀ ਹੈ। ਜੇ ਭੌਰਾ ਬਣੇਗਾ ਤਾਂ ਨਹੀਂ। ਉਸੇ ਨਿਰਗੁਣ ਸਰਗੁਣ ਦੇ ਵਿੱਚ ਆਪ ਹੀ ਪਰਮਾਤਮਾ ਵਸਿਆ ਹੋਇਆ ਹੈ। ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰਗ, ਨਿਰਗੁਣ ਪਰਮਾਤਮਾ ਨੇ ਅਣਦਿਸਦੇ ਤੋਂ ਇਹ ਦਿਸਦਾ ਬਣਾਇਆ ਹੈ। ਇਸੇ ਕਰਕੇ ਸ੍ਰਿਸ਼ਟੀ ਪਰਮਾਤਮਾ ਦੀ ਹੀ ਹੈ। ਸਗਲ ਭਾਂਤ ਕਰੇ ਉਪਾਇਆ, ਸਗਲ ਭਾਂਤ ਬਹੁਤ ਭਾਂਤ ਤਰੀਕਿਆਂ ਦੇ ਨਾਲ, ਕਿਸਮਾਂ ਦੇ ਨਾਲ ਇਹ ਜਗਤ ਦੀ ਉਤਪਤੀ ਕੀਤੀ ਹੋਈ ਹੈ ਪਰਮੇਸ਼ਰ ਨੇ। ਕਿੰਨੇ ਭਾਂਤ ਸਵੰਨੇ ਆਪਾਂ ਆਪਣੇ ਆਸੇ ਪਾਸੇ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ। ਧਰਤੀ ਦੇ ਉੱਤੇ ਰਹਿਣ ਵਾਲੇ ਜੀ ਜੰਤ, ਧਰਤੀ ਦੇ ਵਿੱਚ ਰਹਿਣ ਵਾਲੇ, ਧਰਤੀ ਤੋਂ ਉੱਪਰ ਅਸਮਾਨ ਦੇ ਵਿੱਚ ਉੱਡਣ ਵਾਲੇ ਪੰਛੀ, ਇਹਨਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨੇ ਕੁ ਭਾਂਤ ਸਵੰਨੇ ਆ। ਧਰਤੀ ਦੇ ਵਿੱਚ ਜੜ ਰੂਪ, ਧਰਤੀ ਦੇ ਉੱਪਰ ਜਿਹੜੇ ਫੁੱਲ ਖੁਸ਼ਬੂਆਂ ਛੱਡਦੇ ਨੇ ਬਨਸਪਤੀ ਰੂਪ ਦੇ ਵਿੱਚ,
फिर ये पशु पंछी ने, जानवर ने, मनुख इंसान है, आसे पासे सारी सोहनी कुदरत, रंग बरंगे मौसम ने जिहड़े ये बदले हुए ने, ये परमेश्वर की अपनी ताकत है सारी। भांत सवन्ना है ना सारा कुछ। सगल भांत कर करें उपायो, सारा कुछ पैदा किया होया है परमेश्वर ने हरेक किस्म तरीके दे नाल। किस्मां किन्नियां ये बयान नहीं किया जा सकता भी किन्नियां किस्मां दे द्वारा ये बनाया होया है। जन्म मरण मन मोह बढ़ायो, जन्म मरण का मूल जीवां दे मन का मोह भी उसे परमात्मा ने ही ਵਧਾਇਆ होया, क्योंकि ओम है ना, आप गल ओम की कर रहे हैं परमेश्वर की। तो इस पौड़ी दे विच सतगुरु पातशाह जी ने उस ओम की ही गल की है। ओम गुरमुख कियो अकारा, उस परमेश्वर ने आप ही अपनी रचना का पसारा किया होया। हुण वो पसारा किन्ना वड्डा लमेरा किवें बनया होया, उहदी गल सारी इस विच कीती है कि असल दे विच वो है की, उन्हें किवें अपने आप दे विचों ही ये सृष्टि पैदा की हुई है। ये जन्म मरण का जिहड़ा जम्मण मरण की जड़ है, संसारी ममता मालक ने मनुख के अंदर आप ही पैदा की हुई है, बनाई हुई है। हुण अगे कहंदे दोहों भांत ते आप निरारा। हुण जम्मण मरण तो आप वखरा है, निरारा है। सतगुरु इस दे विच आप परमेश्वर है जिहड़ा वो जम्मण मरण दे विच नहीं आउंदा, जम्मण मरण तो वखरा है। नानक अंत ना पारावारा, हे नानक प्रभु दे परमात्मा दे उरले अते परले किनारे का कोई अंत नहीं है। लोक ते परलोक का अंत ही नहीं है। लोक का ही अंत नहीं, परलोक का अंत कित्थे लभांगे। परलोक तो वह है ना जिहड़ा हाले तक किसी ने वेखे ही नहीं, किसी को पता ही नहीं है। आ इत्थे लोक, आ दुनिया, आ धरती का ही पसारा नहीं लोट आ रहा। ਇਹਦੇ ਵਿੱਚ ही उलझे पे ने भी किन्ना है, कित्थे तक है, की कुछ है। आह धरती, एक धरती दे असीं वासी हाँ। इस धरती तो बाहर होर किन्नियां धरतियां ने, होर किन्ने ग्रह ने, फिर उपग्रह ने, फिर उस तो बाद अगे फिर उन्हां दे टोटे ने जिहड़े, उन्हां दे संग्रह ने अगे वो किन्ने ने, क्योंकि अणुआं तो ही परमाणु बनदा ना। ते हुण अणु की ने, किन्ने बरीक ने वो, ते फिर उन्हां तो ही परमाणु तैयार होया है, एक वड्डा आकार। हुण एक आकार नूं वेख के असीं नहीं ना कह सकदे भी यही कुछ है। हुण उहदे अंदर तक, फिर उहदे अंदर तक, उहदे अंदर तक तुरे फिरदे, अज तक तुरे फिरदे आ। लभ गया 18वीं सदी तो लगभग धरती की खोज दे विच लगे हुए हैं। हाले तक तो लभ्या नहीं किसी ने कुछ भी जिहड़ा कहता होवे भी हाँ आ अखीर है। अखीर लभ्या एक रुख का भी अखीर नहीं लभ्या। एक रुख का बनस्पति दे विचों एक फुੱਲ की अखीरी किस्म नहीं लभी भी आ अखीर है। होर होर लभी आउंदे ने, किन्नियां किस्मां इन्नियां हो गईयां। अगे कहंदे हजे होर बहुत ने। ठीक है, नदी लभ ली, किन्नियां नदियां, कहंदे हजे तो अखीर ही नहीं है। झरने लभ ले, किन्ने झरने, अखीर ही नहीं। पहाड़ किन्ने, अखीर ही नहीं है। हजे तो लभी जा रहे हैं, खोज चलती पई है। इस धरती का ही अंत नहीं, उस अगले बन्ने का अंत कित्थों पावांगे। सतगुरु कहंदे वो बेअंत है, उहदा अंत नहीं पाया जाना भाई। नानक अंत ना पारावार, जिहदा अंत ही नहीं पाया जाना, फिर उहदे अंत पाउण वाले पासे तुरे क्यों। सिर्फ ताकि ये दूजिਆਂ ਨੂੰ भी समझ लग सके भी उस परमात्मा का अंत नहीं पाया जा सकता, वो बेअंत है। उस परमेश्वर की रचना भी बेअंत है। जिहदी रचना ही इन्नी बेअंत है, वो परमेश्वर आप कितना बेअंत होवेगा।
ਸਾਡਾ ਤੇ ਅੰਤ ਹੈ ਨਾ, ਜਨਮ ਹੈ ਸਾਡਾ, ਅੰਤ ਹੈ, ਅਖੀਰ ਹੈ ਸਾਡਾ, ਤੇ ਕਨਫਰਮ ਹੈ, ਪਤਾ ਹੈ। ਕਿਸੇ ਦਾ 50 ਸਾਲ ਬਾਅਦ ਅੰਤ ਹੈ, ਕਿਸੇ ਦਾ 60 ਬਾਅਦ ਹੈ, ਕਿਸੇ ਦਾ 40 ਤੇ, ਕਿਸੇ ਦਾ 20 ਤੇ, ਕਿਸੇ ਦਾ 10 ਦੇ ਹੈ, ਕਿਸੇ ਦਾ ਜਨਮ ਤੋਂ ਪਹਿਲਾਂ ਗਰਭ ਦੇ ਵਿੱਚ ਹੀ ਬਣਨ ਸਾਰੀ ਅੰਤ ਹੈ। ਸਾਡਾ ਤੇ ਅੰਤ ਹੈ, ਅਸੀਂ ਤੇ ਅੰਤ ਦੇ ਵਿੱਚ ਹਾਂ। ਇਹ ਸ੍ਰਿਸ਼ਟੀ ਵੀ ਅੰਤ ਦੇ ਵਿੱਚ ਹੈ, ਪਰ ਪਰਮੇਸ਼ਰ ਆਪ ਬੇਅੰਤ ਹੈ, ਰਚਨਾ ਉਸ ਦੀ ਬੇਅੰਤ ਹੈ। ਇਹ ਅੰਤ ਜਿਹੜਾ ਸ੍ਰਿਸ਼ਟੀ ਦਾ ਨਾ, ਇਹ ਵੀ ਪਰਮੇਸ਼ਰ ਦੇ ਹੱਥ ਵਿੱਚ ਹੈ, ਕਿਸੇ ਨੂੰ ਪਤਾ ਨਹੀਂ। ਇਹਨੂੰ ਕੋਈ ਅੰਦਾਜ਼ੇ ਕੋਈ ਜਿੰਨੇ ਮਰਜ਼ੀ ਲਾਈ ਜਾਵੇ ਵੀ ਸੂਰਜ ਜੀ ਬਹੁਤ ਨੇੜੇ ਆ ਗਿਆ ਧਰਤੀ ਦੇ, ਹੁਣ ਧਰਤੀ ਪਿਘਲ ਜੂਗੀ, ਐਂ ਹੋ ਜੂ, ਉਹ ਹੋ ਜੂ। ਆ ਪਿੱਛੇ ਜੇ ਕੋਈ 20 ਦੇ ਵਿੱਚ ਐਵੇਂ ਅਫਵਾਹਾਂ ਫੈਲਾਈ ਜਾਂਦੇ ਸੀ ਜੀ, ਖਤਮ ਧਰਤੀ, ਕੋਈ ਕਹਿੰਦਾ ਜੀ 24 'ਚ ਧਰਤੀ ਖਤਮ ਆ, ਹੁਣ ਕਿ 30 ਦੇ ਵਿੱਚ ਕਹਿੰਦੇ ਧਰਤੀ ਖਤਮ ਹੋ ਜੂ। ਨਹੀਂ ਨਹੀਂ, ਇਹ ਪਰਮੇਸ਼ਰ ਜਾਣਦਾ, ਉਹ ਪਰਮੇਸ਼ਰ ਦੇ ਵੱਸ ਹੈ। ਉਸ ਦੀ ਬਣਾਈ ਹੋਈ ਰਚਨਾ ਉਹ ਮਾਲਕ ਆਪ ਜਾਣਦਾ ਹੈ ਕਿ ਇਹਦਾ ਅੰਤ ਕੀ ਹੈ। ਇਸ ਕਰਕੇ ਇਹਨਾਂ ਗੱਲਾਂ ਦੇ ਵਿੱਚ ਨਾ ਪੈ ਕੇ ਉਸ ਬੇਅੰਤ ਪਰਮਾਤਮਾ ਦੇ ਵਿੱਚ ਚਿੱਤ ਜੋੜੀਏ, ਸਿਮਰਨ ਕਰੀਏ, ਬੰਦਗੀ ਕਰੀਏ, ਫਿਰ ਹੀ ਸਾਡਾ ਇਹ ਜਿਹੜਾ ਲੋਕ ਤੇ ਪਰਲੋਕ ਸੁਹੇਲਾ ਹੋਵੇਗਾ। ਸਤਿਗੁਰੂ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਤਿਲ ਫੁਲ ਭਟਾਵਾਂ ਦਰ ਪ੍ਰਵਾਨ ਕਰਨ, ਚੱਲਿਆ ਹੋਇਆ ਕਦਮ ਕਦਮ ਸਭਨਾਂ ਦਾ ਲੇਖੇ ਪਵੇ, ਫਿਰ ਇਹ ਲੋਕ ਤੇ ਪਰਲੋਕ ਸੁਹੇਲਾ ਹੈ। ਦੇਹੋ